Hello students, I'm Sukhvinder from Department of Economics, GGDST College हरियाणा। ਅੱਜ ਅਸੀਂ ਟੌਪਿਕ ਜਿਹੜਾ ਕਰਨ ਜਾ ਰਹੇ ਹਾਂ ਕ੍ਰਿਟਿਸਿਜ਼ਮ ਆਫ ਕਾਰਡੀਨਲ ਯੂਟਿਲਿਟੀ ਐਨਾਲਿਸਿਸ। ਯੂਟਿਲਿਟੀ ਆਪਾਂ ਕੀਤਾ ਸੀਗਾ ਜਿਹੜਾ ਟੌਪਿਕ ਹੈ, ਯੂਟਿਲਿਟੀ ਕੀ ਹੁੰਦੀ ਹੈ? ਵਾਂਟ ਸੈਟਿਸਫਾਈਂਗ ਪਾਵਰ ਆਫ ਅ ਕਮੋਡਿਟੀ। ਕਿਸੇ ਵੀ ਪ੍ਰੋਡਕਟ ਦੀ, ਕਿਸੇ ਵੀ ਕਮੋਡਿਟੀ ਦੀ ਵਾਂਟ ਸੈਟਿਸਫਾਈ ਕਰਨ ਦੀ ਜਿਹੜੀ ਪਾਵਰ ਹੈ, ਉਹ ਪਾਵਰ ਕਿਸੇ ਕਮੋਡਿਟੀ ਦੀ ਜਿਹਦੇ ਨਾਲ ਸਾਡੀ ਕੋਈ ਲੋੜ ਪੂਰੀ ਹੁੰਦੀ ਪਈ ਆ, ਸਾਨੂੰ ਸੈਟਿਸਫੈਕਸ਼ਨ ਮਿਲਦੀ ਪਈ ਆ, ਉਸ ਨੂੰ ਯੂਟਿਲਿਟੀ ਕਹਿੰਦੇ ਆ। ਔਰ ਜਿਹੜੀ ਯੂਟਿਲਿਟੀ ਆ ਉਹ ਕਾਰਡੀਨਲ ਮੇਜਰਮੈਂਟ ਉਹਦੀ ਹੁੰਦੀ ਹੈ ਇੱਕ, ਜਿਹਦੇ ਵਿੱਚ ਜਿਹੜਾ ਅਸੀਂ ਕੀਤਾ ਸੀਗਾ ਕਿ ਮਾਰਸ਼ਲ ਦਾ ਦਿੱਤਾ ਹੋਇਆ ਕੰਸੈਪਟ ਆ, ਜਿਹਦੇ ਵਿੱਚ ਉਹ ਕਹਿੰਦਾ ਕਿ ਯੂਟਿਲਿਟੀ ਨੂੰ ਗਿਣਿਆ ਜਾ ਸਕਦਾ। ਉਹਦੀ ਕਾਰਡੀਨਲ ਮੇਜਰਮੈਂਟ ਮੀਨਸ ਨੰਬਰਸ ਦੇ ਵਿੱਚ ਉਹਦੀ ਕੈਲਕੂਲੇਸ਼ਨ ਜਿਹੜੀ ਆ, ਮੇਜਰਮੈਂਟ ਆ ਜਿਹੜੀ ਉਹ ਪੋਸੀਬਲ ਆ, ਮੀਨਸ ਅਸੀਂ ਉਹਨੂੰ ਮੇਜ਼ਰ ਕਰ ਸਕਦੇ ਹਾਂ ਨੰਬਰਸ। ਮੀਨਸ ਆਪਾਂ ਕਹਿ ਸਕਦੇ ਹਾਂ ਕਿ ਜੇ ਆਪਾਂ ਇੱਕ ਐਪਲ ਕੰਜ਼ਿਊਮ ਕਰਦੇ ਪਏ ਹਾਂ, ਖਾਂਦੇ ਪਏ ਹਾਂ, ਤਾਂ ਉਹਦੇ ਤੋਂ ਸਾਨੂੰ 10 ਯੂਟਿਲਿਟੀ ਮਿਲਦੀ ਪਈ ਆ। ਸੈਕਿੰਡ ਤੋਂ ਸਾਨੂੰ 8 ਮਿਲਦੀ ਪਈ ਆ। ਥਰਡ ਐਪਲ ਕੰਜ਼ਿਊਮ ਕਰਨ 'ਤੇ 6 ਮਿਲਦੀ ਪਈ ਆ। ਮੀਨਸ ਨੰਬਰਸ ਦੇ ਵਿੱਚ ਆਪਾਂ ਸ਼ੋਅ ਕਰ ਸਕਦੇ ਹਾਂ। ਪਰ ਇਸ ਕੰਸੈਪਟ ਦੀ, ਇਸ ਐਨਾਲਿਸਿਸ ਦੀ ਜਿਹੜੀ ਆਲੋਚਨਾ, ਜਿਹੜਾ ਕ੍ਰਿਟਿਸਿਜ਼ਮ ਕੀਤਾ ਗਿਆ ਅਰਥਸ਼ਾਸਤਰੀਆਂ ਦੁਆਰਾ, ਪ੍ਰੋਫੈਸਰ ਅਜਵਰਥ ਨੇ ਕੀਤਾ ਹੈ ਕ੍ਰਿਟਿਸਿਜ਼ਮ, ਪੈਰੇਟੋ ਨੇ ਕੀਤਾ ਹੈ, ਹਿਕਸ, ਐਲਨ ਅਤੇ ਸੈਮੂਅਲਸਨ। ਇਹ ਅਰਥਸ਼ਾਸਤਰੀ ਨੇ ਜਿਨ੍ਹਾਂ ਨੇ ਇਸ ਕੰਸੈਪਟ ਨੂੰ, ਇਸ ਧਾਰਨਾ ਨੂੰ ਕ੍ਰਿਟੀਸਾਈਜ਼ ਕੀਤਾ ਹੈ। ਇਹਦੇ ਵਿੱਚ ਜਿਹੜੇ ਕ੍ਰਿਟਿਸਿਜ਼ਮ ਦੇ ਬੇਸ ਆ, ਜਿਨ੍ਹਾਂ ਦੇ ਬੇਸ 'ਤੇ ਉਹਨੇ ਜਿਹੜੇ ਪੁਆਇੰਟਸ ਉਹਨਾਂ ਨੇ ਲਏ ਆ, ਜਿਨ੍ਹਾਂ ਦੇ ਆਧਾਰ 'ਤੇ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਹੈ, ਉਹ ਇੱਥੇ ਆਪਾਂ ਦੇਖਦੇ ਹਾਂ ਅਤੇ ਉਹਨਾਂ ਦੀ 1 ਬਾਏ 1 ਕਰਕੇ ਡਿਸਕਸ਼ਨ ਜਿਹੜੀ ਉਹ ਕਰਾਂਗੇ। ਸਭ ਤੋਂ ਪਹਿਲਾਂ ਯੂਟਿਲਿਟੀਜ਼ ਸਬਜੈਕਟਿਵ। ਯੂਟਿਲਿਟੀ ਸਬਜੈਕਟਿਵ ਹੁੰਦੀ ਹੈ, ਮੀਨਸ ਅੰਤਰਮੁਖੀ। ਇਹਦੇ ਵਿੱਚ ਇਹ ਸਾਈਕੋ ਦੇ ਨਾਲ ਰਿਲੇਟਡ, ਸਾਡੀ ਸਾਈਕੋਲੋਜੀ ਨਾਲ ਰਿਲੇਟਡ ਇਹ ਕੰਸੈਪਟ ਆ। ਔਰ ਇਹਦਾ ਅਨੁਮਾਨ ਲਗਾਉਣਾ ਸੰਭਵ ਨਹੀਂ ਹੈ ਕਿ ਅਸਲ 'ਚ ਸਾਨੂੰ ਯੂਟਿਲਿਟੀ ਕਿੰਨੀ ਮਿਲੀ ਹੈ। ਇਸ ਦੇ ਆਧਾਰ ਤੋਂ ਉਪਭੋਗਤਾ ਦੀ ਮੰਗ ਦਾ ਵਿਸ਼ਲੇਸ਼ਣ ਆਬਜੈਕਟਿਵ ਆ। ਮੀਨਸ ਆਪਾਂ ਇੱਦਾਂ ਨਹੀਂ ਕਹਿ ਸਕਦੇ ਹੁੰਦੇ ਕਿ ਇੱਕ ਤਾਂ ਇਹ ਹੈ ਕਿ ਯੂਟਿਲਿਟੀ ਉਹ ਆਪ ਹੀ ਦੱਸੂਗਾ ਕੋਈ ਵਿਅਕਤੀ ਉਹਨੂੰ ਕਿੰਨੀ ਮਿਲੀ ਹੈ, ਦੂਸਰਾ ਤਾਂ ਉਹਦਾ ਅੰਦਾਜ਼ਾ ਵੈਸੇ ਹੀ ਨਹੀਂ ਲਾ ਸਕਦਾ। ਅਤੇ ਆਪਣੇ ਆਪ ਵੀ, ਕਿਉਂਕਿ ਸਾਡੀ ਸਾਈਕੋਲੋਜੀ ਨਾਲ ਰਿਲੇਟਡ ਆ, ਉਹ ਹਮੇਸ਼ਾ ਇੱਕ ਜਿਹੀ ਨਹੀਂ ਰਹਿੰਦੀ, ਅਤੇ ਕਿੰਨੀ ਸਾਨੂੰ ਯੂਟਿਲਿਟੀ ਮਿਲਦੀ ਪਈ ਆ ਉਹ ਇਹ ਦੱਸਣਾ ਬਹੁਤ ਮੁਸ਼ਕਿਲ ਹੈ। ਉਸ ਤੋਂ ਬਾਅਦ ਸੈਕਿੰਡ ਹੈਗਾ ਜੀ, ਕਾਰਡੀਨਲ ਮੇਜਰਮੈਂਟ ਆਫ ਯੂਟਿਲਿਟੀ ਇਜ਼ ਨਾਟ ਪੋਸੀਬਲ। ਪ੍ਰੋਫੈਸਰ ਪੈਰੋਟੇ ਨੇ ਕਿਹਾ ਸੀਗਾ ਕਿ ਯੂਟਿਲਿਟੀ ਨੂੰ ਜਿਸ ਤਰ੍ਹਾਂ ਕਾਰਡੀਨਲ ਦੇ ਵਿੱਚ ਕਿਹਾ ਜਾਂਦਾ ਨਾ ਵੀ 1 2 3 4 ਇੱਦਾਂ ਨੰਬਰਸ ਦੇ ਵਿੱਚ ਤੁਸੀਂ ਲਿਖ ਸਕਦੇ ਹੋ। ਅਤੇ ਫਿਰ ਅਸੀਂ ਜਦੋਂ ਮਾਰਜਨਲ ਯੂਟਿਲਿਟੀ ਕਰਦੇ ਸੀ ਤਾਂ ਅਸੀਂ ਇਹ ਕਰਦੇ ਸੀ ਕਿ ਇੱਕ ਹੋਰ ਯੂਨਿਟ ਕੰਜ਼ਿਊਮ ਕਰਨ ਦੇ ਨਾਲ ਜੋ ਟੋਟਲ ਯੂਟਿਲਿਟੀ ਦੇ ਵਿੱਚ ਚੇਂਜ ਆਉਂਦੀ ਸੀ, ਉਸ ਨੂੰ ਮਾਰਜਨਲ ਯੂਟਿਲਿਟੀ ਕਿਹਾ ਜਾਂਦਾ ਸੀ। ਔਰ ਉਹ ਮਾਰਜਨਲ ਯੂਟਿਲਿਟੀ ਹੈ ਜਿਹੜੀ ਮਾਰਜਨਲ ਯੂਟਿਲਿਟੀ ਆ ਉਹ ਅਸੀਂ ਮੀਨਸ ਇੱਕ ਤਰ੍ਹਾਂ ਨਾਲ ਕਹਿ ਦਈਏ ਕਿ ਕਰੰਟ ਟੋਟਲ ਯੂਟਿਲਿਟੀ ਦੇ ਵਿੱਚੋਂ ਪ੍ਰੀਵੀਅਸ ਟੋਟਲ ਯੂਟਿਲਿਟੀ ਲੈਸ ਕਰਕੇ ਕੱਢਦੇ ਸੀ। ਪਰ ਪ੍ਰੋਫੈਸਰ ਵੀਗੂ ਨੇ ਕਿਹਾ ਸੀਗਾ, ਪ੍ਰੋਫੈਸਰ ਪੈਰੇਟੋ ਨੇ ਕਿਹਾ ਸੀਗਾ ਕਿ ਇਸ ਤਰ੍ਹਾਂ ਇਹ ਪੋਸੀਬਲ ਨਹੀਂ ਆ ਕਿ ਅਸੀਂ ਐਡ ਕਰ ਲਈਏ ਜਾਂ ਘਟਾ ਲਈਏ। ਇਸ ਤਰ੍ਹਾਂ ਯੂਟਿਲਿਟੀ ਪੋਸੀਬਲ ਨਹੀਂ ਹੁੰਦੀ, ਕਾਰਡੀਨਲ ਮੇਜਰਮੈਂਟ ਪੋਸੀਬਲ ਨਹੀਂ ਹੁੰਦੀ, ਅਤੇ ਉਹਦਾ ਇਸ ਤਰ੍ਹਾਂ ਐਡੀਸ਼ਨ ਅਤੇ ਸਬਟਰੈਕਸ਼ਨ ਜਿਹੜਾ ਉਹ ਪੋਸੀਬਲ ਨਹੀਂ ਹੁੰਦਾ। ਐਵਰੀ ਕਮੋਡਿਟੀ ਇਜ਼ ਨਾਟ ਐਨ ਇੰਡੀਪੈਂਡੈਂਟ ਕਮੋਡਿਟੀ। ਹਰੇਕ ਕਮੋਡਿਟੀ ਹੈ ਜਿਹੜੀ ਉਹ ਇੰਡੀਪੈਂਡੈਂਟ ਨਹੀਂ ਹੁੰਦੀ, ਉਹ ਇੱਕ ਦੂਸਰੇ 'ਤੇ ਡਿਪੈਂਡ ਕਰਦੀਆਂ ਹੁੰਦੀਆਂ। ਮੀਨਸ ਮੰਨ ਲਓ ਅਸੀਂ ਐਪਲ ਪਹਿਲਾਂ ਹੀ ਕੰਜ਼ਿਊਮ ਕੀਤਾ, ਉਹਦੀ ਯੂਟਿਲਿਟੀ ਮਿਲੂਗੀ ਕੋਈ ਹੋਰ ਮਿਲੂਗੀ। ਪਰ ਕੱਲ੍ਹ ਅਸੀਂ ਐਪਲ ਕੰਜ਼ਿਊਮ ਕਰਨ ਤੋਂ ਪਹਿਲਾਂ ਕੋਈ ਹੋਰ ਯੂਨਿਟ ਜੇ ਕੰਜ਼ਿਊਮ ਕਰ ਲਾਂਗੇ ਤਾਂ ਹੋ ਸਕਦਾ ਐਪਲ ਖਾਣ ਦਾ ਮਨ ਵੀ ਨਾ ਹੋਵੇ, ਕਿਉਂਕਿ ਇਹ ਫਰੂਟ 'ਤੇ ਫਰੂਟ ਹੁੰਦਾ ਆ। ਅਤੇ ਉਹ ਨੋ ਡਾਊਟ ਉਹਦੇ ਵਿੱਚ ਵਿਟਾਮਿਨਸ, ਉਹਦੇ ਤੋਂ ਮਿਲਣੇ ਵਾਲੇ ਸਾਨੂੰ ਜਿਹੜੇ ਨਿਊਟਰੀਐਂਟਸ ਹੈਗੇ ਆ, ਜਿਹੜੇ ਤੱਤ ਆ, ਉਹ ਅਲੱਗ ਅਲੱਗ ਹੁੰਦੇ ਆ। ਪਰ ਫਿਰ ਵੀ ਬਹੁਤ ਫਰਕ ਨਹੀਂ ਹੁੰਦਾ। ਆਪਾਂ ਇੱਕ ਪ੍ਰੋਡਕਟ, ਇੱਕ ਫਰੂਟ ਕੰਜ਼ਿਊਮ ਕਰ ਲੈਂਦੇ ਹਾਂ ਅਤੇ ਦੂਸਰਾ ਕੰਜ਼ਿਊਮ ਕਰਨ ਦੇ ਵਿੱਚ ਉਹਦੀ ਯੂਟਿਲਿਟੀ ਅਤੇ ਉਹਦੇ ਦ੍ਰਿਸ਼ਟੀਕੋਣ 'ਤੇ ਫਰਕ ਪਏਗਾ। ਠੀਕ ਇਸੇ ਤਰ੍ਹਾਂ ਹੀ ਕੋਈ ਹੋਰ ਪ੍ਰੋਡਕਟ ਵੀ ਆਪਾਂ ਲੈ ਲਈਏ, ਜਦੋਂ ਆਪਾਂ ਉਹਨੂੰ ਕੰਜ਼ਿਊਮ ਕਰ ਲਾਂਗੇ ਤਾਂ ਦੂਸਰੇ ਦੇ ਕੰਜ਼ਿਊਮ ਕਰਨ ਲਈ ਫਰਕ ਪਏਗਾ, ਕਿਉਂਕਿ ਪ੍ਰੋਡਕਟਸ ਇੰਟਰ ਰਿਲੇਟਡ ਹੁੰਦੇ ਆ, ਇੰਟਰਡਿਪੈਂਡੈਂਟ ਹੁੰਦੇ ਆ, ਇੰਡੀਪੈਂਡੈਂਟ ਨਹੀਂ ਹੁੰਦੇ। ਉਸ ਤੋਂ ਬਾਅਦ ਮਾਰਜਨਲ ਯੂਟਿਲਿਟੀ ਆਫ ਮਨੀ ਡਜ਼ ਨਾਟ ਰੀਮੇਨ ਕਾਂਸਟੈਂਟ। ਇਸ ਸਿਧਾਂਤ ਦੀ ਇਹ ਵੀ ਇੱਕ ਧਾਰਨਾ ਹੈ ਕਿ ਜਿਹੜੀ ਸਮਾਨਤ ਮੁਦਰਾ ਦਾ ਜਿਹੜਾ ਮਾਰਜਨਲ ਯੂਟਿਲਿਟੀ ਆ ਉਹ ਸੇਮ ਰਹਿੰਦੀ ਹੈ, ਮਤਲਬ ਉਹ ਘਟਦੀ ਨਹੀਂ ਹੈ। ਇੱਦਾਂ ਨਹੀਂ ਹੈ ਕਿ ਜੇ ਤੁਹਾਡੇ ਕੋਲ ਮੁਦਰਾ ਵੱਧਦੀ ਜਾਂਦੀ ਹੈ, ਮਨੀ ਵਧੀ ਜਾਏ ਤਾਂ ਤੁਹਾਡੇ ਨੂੰ ਉਹ ਤੋਂ ਪ੍ਰਾਪਤ ਹੋਣ ਵਾਲੀ ਮਾਰਜਨਲ ਯੂਟਿਲਿਟੀ ਘਟਦੀ ਜਾਏਗੀ। ਇਸ ਤਰ੍ਹਾਂ ਨਹੀਂ ਹੁੰਦਾ। ਉਸ ਤੋਂ ਬਾਅਦ ਟੂ ਮੱਚ ਅਜੰਪਸ਼ਨਸ। ਫਿਰ ਜਦੋਂ ਇਸ ਕੰਸੈਪਟ ਨੂੰ ਐਕਸਪਲੇਨ ਕੀਤਾ ਜਾਂਦਾ ਤਾਂ ਬਹੁਤ ਸਾਰੀਆਂ ਜਿਹੜੀਆਂ ਅਜੰਪਸ਼ਨਸ ਲਈਆਂ ਜਾਂਦੀਆਂ, ਉਹ ਸਾਰੀਆਂ ਜਿਹੜੀਆਂ ਆ ਉਹ ਜਿਹੜੀਆਂ ਰੀਅਲਿਸਟਿਕ ਨਹੀਂ ਹੁੰਦੀਆਂ।
ਤੇ ਉਹ ਵਿਵਹਾਰਕ ਹੁੰਦੀਆਂ ਆ, ਇਸ ਕਰਕੇ ਵੀ ਇਸ ਤਰ੍ਹਾਂ ਦੀ ਆਲੋਚਨਾ ਕੀਤੀ ਗਈ ਹੈ। ਉਸ ਤੋਂ ਬਾਅਦ ਨੋ ਡਿਵੀਜ਼ਨ ਆਫ ਪ੍ਰਾਈਜ਼ ਇਫੈਕਟ ਇਨਟੂ ਇਨਕਮ ਇਫੈਕਟ ਐਂਡ ਸਬਸਟੀਟਿਊਸ਼ਨ ਇਫੈਕਟ। ਇਹ ਇਫੈਕਟ ਖੈਰ ਅਜੇ ਤੱਕ ਆਪਾਂ ਇੱਥੇ ਨਹੀਂ ਕੀਤੇ, ਆਪਾਂ ਜਦੋਂ ਆਪਾਂ ਨੈਕਸਟ ਕੰਸੈਪਟ ਕਰਾਂਗੇ ਪ੍ਰਾਈਜ਼ ਇਫੈਕਟ, ਸਬਸਟੀਟਿਊਸ਼ਨ ਇਫੈਕਟ, ਇੰਡੀਫਰੈਂਸ ਕਰਵ ਚੈਪਟਰ ਹੈ ਜਿਹੜਾ, ਉਹਦੇ ਵਿੱਚ ਕਰਾਂਗੇ। ਪਰ ਪ੍ਰਾਈਜ਼ ਇਫੈਕਟ ਤੇ ਨੂੰ ਇਨਕਮ ਇਫੈਕਟ ਤੇ ਸਬਸਟੀਟਿਊਸ਼ਨ ਇਫੈਕਟ। ਪ੍ਰਾਈਜ਼ ਇਫੈਕਟ ਤਾਂ ਦੇਖੋ ਇਹ ਹੁੰਦਾ ਕਿ ਪ੍ਰਾਈਜ਼ ਦੇ ਵਿੱਚ ਚੇਂਜ ਆਉਣ ਦੇ ਨਾਲ ਡਿਮਾਂਡ ਦੇ ਵਿੱਚ ਕੀ ਚੇਂਜ ਆਉਂਦੀ ਹੈ। ਇਨਕਮ ਇਫੈਕਟ ਹੁੰਦਾ ਕਿ ਇਨਕਮ ਦੇ ਵਿੱਚ ਚੇਂਜ ਆਉਣ ਦੇ ਨਾਲ ਡਿਮਾਂਡ ਦੇ ਵਿੱਚ ਕੀ ਚੇਂਜ ਆਉਂਦੀ ਹੈ। ਅਤੇ ਸਬਸਟੀਟਿਊਸ਼ਨ ਇਫੈਕਟ ਹੁੰਦਾ ਇੱਕ ਪ੍ਰੋਡਕਟ ਦਾ ਪ੍ਰਾਈਜ਼ ਘਟਣ ਦੇ ਨਾਲ ਦੂਸਰੇ ਪ੍ਰੋਡਕਟ ਦੀ ਡਿਮਾਂਡ 'ਤੇ ਕੀ ਅਸਰ ਪੈਂਦਾ। ਇਹ ਕੰਸੈਪਟ ਇਸ ਤਰ੍ਹਾਂ ਦੀ ਕੋਈ ਵੀ ਵਿਆਖਿਆ, ਕੋਈ ਵੀ ਐਕਸਪਲੇਨੇਸ਼ਨ ਨਹੀਂ ਦਿੰਦਾ। ਉਸ ਤੋਂ ਬਾਅਦ ਕੰਜ਼ਿਊਮਰ ਇਜ਼ ਰਿਗਾਰਡਡ ਐਜ਼ ਅ ਕੰਪਿਊਟਰ। ਜਿਸ ਤਰ੍ਹਾਂ ਆਪਾਂ ਇਹਦੇ ਵਿੱਚ ਇਹ ਵੀ ਕ੍ਰਿਟਿਕਸ ਕਹਿੰਦੇ ਆ ਕਿ ਜਿੱਦਾਂ ਇਹਦੇ ਵਿੱਚ ਕਿਹਾ ਗਿਆ ਕਿ ਯੂਟਿਲਿਟੀ ਨੂੰ ਕਾਊਂਟ ਕੀਤਾ ਜਾ ਸਕਦਾ, ਅਤੇ ਕੰਪਿਊਟਰ ਥੋੜ੍ਹੇ ਹੈ ਨਾ ਇੱਕ ਕੰਜ਼ਿਊਮਰ, ਕਿ ਉਹ ਸਾਰਾ ਕੁਛ ਰਿਕਾਰਡ ਰੱਖੇਗਾ ਕਿ ਜਦੋਂ ਉਹਨੇ ਫਸਟ ਪ੍ਰੋਡਕਟ ਜਿਹੜਾ ਕੰਜ਼ਿਊਮ ਕੀਤਾ ਉਹਨੂੰ ਕਿੰਨੀ ਯੂਟਿਲਿਟੀ ਮਿਲੀ, ਸੈਕਿੰਡ ਹੋਇਆ ਅਤੇ ਕਿੰਨੀ ਮਿਲੀ, ਕਿੰਨੀ ਅਮਾਊਂਟ, ਕਿੰਨਾ ਪ੍ਰਾਈਜ਼ ਉਹਨੇ ਪੇ ਕੀਤਾ ਸੀ ਅਤੇ ਉਹਨੂੰ ਯੂਟਿਲਿਟੀ ਕਿੰਨੀ ਮਿਲੀ ਸੀ। ਇੰਨਾ ਹਿਸਾਬੀ ਕਿਤਾਬੀ ਆਮ ਇੰਡੀਵਿਜੂਅਲ ਨਹੀਂ ਹੁੰਦਾ। ਇਹ ਵੀ ਕ੍ਰਿਟਿਕਸ ਦਾ ਮੰਨਣਾ ਹੈ ਕਿ ਇਹ ਜਿਹੜਾ ਕੰਸੈਪਟ ਆ ਇਹ ਕੰਜ਼ਿਊਮਰ ਨੂੰ ਇੱਕ ਇੰਡੀਵਿਜੂਅਲ ਘੱਟ ਅਤੇ ਇੱਕ ਕੰਪਿਊਟਰ ਜ਼ਿਆਦਾ ਕੰਸੀਡਰ ਕਰਦਾ, ਇਸ ਤਰ੍ਹਾਂ ਨਹੀਂ ਹੁੰਦਾ। ਯੂਟਿਲਿਟੀ ਐਨਾਲਿਸਿਸ ਬ੍ਰੇਕਸ ਡਾਊਨ ਇਨ ਅ ਪਲੈਨਡ ਅੰਡਰ ਡਿਵੈਲਪਡ ਇਕੋਨਮੀ। ਜਿਹੜਾ ਯੂਟਿਲਿਟੀ ਗੁਣ ਆ ਇਸ ਧਾਰਨਾ 'ਤੇ ਵੀ ਆਧਾਰਿਤ ਆ, ਜਿਹੜਾ ਯੂਟਿਲਿਟੀ ਹੈ ਇਸ ਧਾਰਨਾ 'ਤੇ ਵੀ ਆਧਾਰਿਤ ਆ ਕਿ ਜਿਹੜਾ ਕੰਜ਼ਿਊਮਰ ਆ ਉਹਦੀ ਟੇਸਟ, ਉਹਦੇ ਪ੍ਰੈਫਰੈਂਸਸ ਸੇਮ ਰਹਿੰਦੇ ਆ। ਸ਼ਾਰਟ ਪੀਰੀਅਡ 'ਚ ਤਾਂ ਹੋ ਸਕਦਾ ਉਹ ਸੇਮ ਰਹਿੰਦੇ ਹੋਣ, ਪਰ ਲੌਂਗ ਰਨ ਦੇ ਵਿੱਚ, ਲੌਂਗ ਪੀਰੀਅਡ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਲੌਂਗ ਪੀਰੀਅਡ ਦੇ ਵਿੱਚ ਉਹਦੇ ਟੇਸਟ, ਉਹਦੀਆਂ ਪ੍ਰੈਫਰੈਂਸਸ ਨੂੰ ਬਹੁਤ ਸਾਰੀਆਂ ਚੀਜ਼ਾਂ ਅਫੈਕਟ ਕਰਦੀਆਂ। ਬਾਕੀ ਪ੍ਰੋਡਕਟਸ ਦਾ ਪ੍ਰਾਈਜ਼ ਵੀ ਚੇਂਜ ਹੋ ਜਾਂਦਾ, ਉਹਦੀ ਇਨਕਮ ਵੀ ਚੇਂਜ ਹੋ ਸਕਦੀ ਹੈ, ਸੀਜ਼ਨ ਦਾ ਇਫੈਕਟ ਵੀ ਪਏਗਾ। ਪਰ ਇੱਥੇ ਮੰਨ ਕੇ ਚੱਲਿਆ ਜਾਂਦਾ ਕਿ ਇਹ ਜਿਹੜਾ ਟੇਸਟ ਪ੍ਰੈਫਰੈਂਸਸ ਕੰਜ਼ਿਊਮਰ ਦੇ ਉਹ ਸੇਮ ਰਹਿੰਦੇ ਆ। ਉਸ ਤੋਂ ਬਾਅਦ ਇੱਕ ਗਿਵਨ ਪੈਰਾਡੋਕਸ ਵੀ ਹੁੰਦਾ। ਗਿਵਨ ਪੈਰਾਡੋਕਸ ਯੂਟਿਲਿਟੀ, ਕਾਰਡੀਨਲ ਯੂਟਿਲਿਟੀ ਦੇ ਵਿੱਚ ਜਿਹੜਾ ਐਨਾਲਿਸਿਸ ਆ, ਕਾਰਡੀਨਲ ਯੂਟਿਲਿਟੀ ਐਨਾਲਿਸਿਸ ਆ, ਉਹ ਗਿਵਨ ਪੈਰਾਡੋਕਸ ਦੀ ਵਿਆਖਿਆ ਨਹੀਂ ਕਰਦਾ। ਇਸ ਤੋਂ ਇਹ ਨਹੀਂ ਪਤਾ ਲੱਗਦਾ ਕਿ ਘਟੀਆ ਕਿਸਮ ਦੀ ਜਿਹੜੀ ਗੁਡਸ ਹੁੰਦੀਆਂ, ਮਤਲਬ ਜਿਹਨਾਂ ਨੂੰ ਅਸੀਂ ਇਨਫੀਰੀਅਰ ਗੁਡਸ ਕਹਿੰਦੇ ਆ, ਉਹਨਾਂ ਦਾ ਜਿਹੜਾ ਡਿਮਾਂਡ ਕਰਵ ਆ ਉਹ ਅਪਵਰਡ ਸਲੋਪ ਦਾ ਕਿਉਂ ਹੁੰਦਾ, ਅਤੇ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਪ੍ਰਾਈਜ਼ ਵਧਣ 'ਤੇ ਵੱਧ ਕਿਉਂ ਜਾਂਦੀ ਹੈ ਅਤੇ ਪ੍ਰਾਈਜ਼ ਘਟਣ 'ਤੇ ਘੱਟ ਕਿਉਂ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਇਹ ਜਿਹੜਾ ਐਨਾਲਿਸਿਸ ਆ ਐਕਸਪਲੇਨ ਨਹੀਂ ਕਰਦਾ। ਇਸ ਕਰਕੇ ਇਹਨਾਂ ਸਾਰੇ ਪੁਆਇੰਟਸ ਦੇ ਬੇਸ ਦੇ ਉੱਤੇ ਯੂਟਿਲਿਟੀ ਐਨਾਲਿਸਿਸ ਦੀ ਜਿਹੜਾ ਕਾਰਡੀਨਲ ਯੂਟਿਲਿਟੀ ਐਨਾਲਿਸਿਸ ਆ ਇਹਦੀ ਜਿਹੜੀ ਆਲੋਚਨਾ, ਇਹਦਾ ਜਿਹੜਾ ਕ੍ਰਿਟਿਸਿਜ਼ਮ ਆ ਉਹ ਕੀਤਾ ਜਾਂਦਾ ਹੈ। ਇੱਥੇ ਕੰਸੈਪਟ ਕੰਪਲੀਟ ਹੈ ਅਤੇ ਕੱਲ੍ਹ ਆਪਾਂ ਨਵਾਂ ਕੰਸੈਪਟ ਕਰਦੇ ਹਾਂ। ਥੈਂਕ ਯੂ।